हाँ जी दोस्तों, मेरे ਵੱਲੋਂ ਜਾਣੀ ਕਿ ਪਰਮਜੀਤ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਇੱਕ ਕਿਤਾਬ ਦੀ ਸਮਰੀ ਲੈ ਕੇ ਪੇਸ਼ ਹੋਇਆ ਹਾਂ। ਕਿਤਾਬ ਦਾ ਨਾਮ ਹੈ ਬਾਡੀ ਲੈਂਗੁਏਜ। ਮੂਲ ਲੇਖਕ ਜੇਮਸ ਬੌਰਕ। 235 ਪੰਨਿਆਂ ਦੀ ਕਿਤਾਬ ਦੀ ਕੀਮਤ 200 ਰੁਪਏ ਹੈ। ਲੈਂਗੁਏਜ ਭਾਵ ਜੋ ਅਸੀਂ ਬੋਲਦੇ ਹਾਂ, ਬੋਡੀ ਲੈਂਗੁਏਜ ਭਾਵ ਜੋ ਸਾਡੀ ਸਰੀਰ ਭਾਸ਼ਾ ਬੋਲਦੀ ਹੈ। ਜਦੋਂ ਆਪਾਂ ਕਿਸੇ ਦੀ ਗੱਲਬਾਤ ਸੁਣ ਰਹੇ ਹੁੰਦੇ ਹਾਂ ਤਾਂ ਸਾਹਮਣੇ ਵਾਲੇ ਦੇ ਆਪਾਂ ਦੇਖ ਕੇ ਹੀ ਦੱਸ ਦਿੰਦੇ ਹਾਂ ਕਿ ਇਹ ਘਬਰਾ ਕੇ ਬੋਲ ਰਿਹਾ ਜਾਂ ਇਹਦਾ ਦਮ ਚੜਿਆ ਹੋਇਆ ਹੈ, ਇਹਦੀ ਕਿੱਦਾਂ ਦੀ ਸਥਿਤੀ ਹੋ ਸਕਦੀ ਹੈ, ਨੋਰਮਲ ਹੈ, ਖੁਸ਼ ਹੈ, ਦੁਖੀ ਹੈ। ਪਰ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਬਰੀਕੀਆਂ ਨੇ ਬੋਡੀ ਲੈਂਗੁਏਜ ਦੇ ਵਿੱਚ ਜੋ ਆਪਾਂ ਇਸ ਵੀਡੀਓ ਰਾਹੀਂ ਸਿੱਖ ਸਕਦੇ ਹਾਂ। ਕਿਤਾਬ ਦੀ ਸ਼ੁਰੂਆਤ ਦੇ ਵਿੱਚ ਹੀ ਲੇਖਕ ਦੱਸਦੇ ਨੇ ਕਿ ਮੈਂ ਸ਼ੁਰੂ ਵਿੱਚ ਹੀ ਤੁਹਾਨੂੰ ਇੱਕ ਗੱਲ ਯਾਦ ਰੱਖਣ ਲਈ ਕਹਿਣਾ ਚਾਹੁੰਦਾ ਹਾਂ। ਸਰੀਰ ਦੀ ਭਾਸ਼ਾ ਦਾ ਵਿਗਿਆਨ ਬਿਲਕੁਲ ਸਹੀ ਵਿਗਿਆਨ ਨਹੀਂ ਹੈ, ਜਾਣੀ ਕਿ ਐਗਜ਼ੈਕਟ ਸਾਇੰਸ ਨਹੀਂ ਹੈ। ਜਦੋਂ ਵੀ ਤੁਹਾਡਾ ਵਾਸਤਾ ਇਨਸਾਨ ਵਰਗੀਆਂ ਗੁੰਝਲਦਾਰ ਚੀਜ਼ਾਂ ਨਾਲ ਪੈਂਦਾ ਹੈ ਤਾਂ ਕਿਸੇ ਵੀ ਗੱਲ ਨੂੰ ਬਿਲਕੁਲ ਆਸਾਨੀ ਨਾਲ ਸਮਝਿਆ ਅਤੇ ਹੱਲ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਹੀ ਅਸੀਂ ਅੱਗੇ ਜਾ ਕੇ ਸਮਝਾਂਗੇ ਕਿ ਜੇ ਕਿਸੇ ਵੀ ਸਹੀ ਨਤੀਜੇ 'ਤੇ ਪਹੁੰਚਣਾ ਹੋਵੇ ਤਾਂ ਇੱਕ ਤੋਂ ਵੱਧ ਵਰਤਾਓ ਨੂੰ ਇਕੱਠਾ ਕਰਕੇ ਸਮਝਣ ਦੀ ਲੋੜ ਹੁੰਦੀ ਹੈ। ਜਾਣੀ ਕਿ ਆਪਾਂ ਕਿਸੇ ਦੀਆਂ ਅੱਖਾਂ ਦੇਖ ਕੇ, ਕਿਸੇ ਦੇ ਹੱਥ ਦੇਖ ਕੇ ਜਾਂ ਆਵਾਜ਼ ਦੀ ਟੋਨ ਸੁਣ ਕੇ ਹੀ ਉਸ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ। ਆਪਾਂ ਨੂੰ ਸਾਰੀਆਂ ਜੋ ਇਹ ਕਿਰਿਆਵਾਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਦੇਖ ਕੇ ਫਿਰ ਹੀ ਕਿਸੇ ਰਿਜ਼ਲਟ 'ਤੇ ਪਹੁੰਚਣਾ ਚਾਹੀਦਾ। ਸਾਡਾ ਮਨ ਇੱਕ ਸੋਚ ਨੂੰ ਜਨਮ ਦਿੰਦਾ ਹੈ, ਸੋਚ ਇੱਕ ਭਾਵਨਾ ਨੂੰ ਜਨਮ ਦਿੰਦੀ ਹੈ। ਇਹ ਭਾਵਨਾ ਸਰੀਰ ਦੀ ਭਾਸ਼ਾ ਰਾਹੀਂ ਲੀਕ ਹੋ ਕੇ ਸਾਡੇ ਸਾਹਮਣੇ ਆਉਂਦੀ ਹੈ। ਤੁਸੀਂ ਸਰੀਰ ਦੀ ਭਾਸ਼ਾ ਸਮਝ ਕੇ ਉਸ ਵਿਅਕਤੀ ਦੀ ਭਾਵਨਾ ਸਮਝ ਲੈਂਦੇ ਹੋ। ਇਹੀ ਤਾਂ ਮਨ ਨੂੰ ਪੜ੍ਹਨਾ ਹੁੰਦਾ ਹੈ। 1971 ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਐਲਬਰਟ ਮੇਹਰਾਬੀਆਨ ਨੇ ਇੱਕ ਖੋਜ ਕੀਤੀ ਸੀ ਜਿਸ ਨੇ ਫਾਰਮੂਲਾ ਦਿੱਤਾ ਸੀ 55-38-7। ਕਿਸੇ ਵੀ ਗੱਲ ਦਾ 55% ਮਤਲਬ ਨਜ਼ਰ ਆਉਣ ਵਾਲੀ ਸਰੀਰ ਦੀ ਭਾਸ਼ਾ ਤੋਂ ਸਮਝਿਆ ਜਾਂਦਾ ਹੈ। ਇਸ ਵਿੱਚ ਇਸ਼ਾਰੇ, ਮੁਦਰਾ ਉੱਤੇ ਚਿਹਰੇ 'ਤੇ ਆਉਣ ਵਾਲੇ ਹਾਵ ਭਾਵ ਹੁੰਦੇ ਨੇ। ਗੱਲਬਾਤ ਦਾ 38% ਮਤਲਬ ਆਵਾਜ਼ ਦੇ ਉਹਨਾਂ ਗੁਣਾਂ ਤੋਂ ਪਤਾ ਲੱਗਦਾ ਹੈ ਜੋ ਸ਼ਬਦ ਨਹੀਂ ਹਨ, ਭਾਵ ਸ਼ਬਦਾਂ ਦੇ ਬੋਲਣ ਦਾ ਢੰਗ, ਲਹਿਜਾ, ਸੁਰ ਅਤੇ ਰਫ਼ਤਾਰ। ਗੱਲਬਾਤ ਦਾ ਬਾਕੀ 7% ਭਾਵ ਸ਼ਬਦਾਂ ਤੋਂ ਕੱਢਿਆ ਜਾਂਦਾ ਹੈ। ਤਾਂ ਇਸ ਖੋਜ ਨੇ ਇੱਕ ਹੈਰਾਨ ਕਰਨ ਵਾਲੇ ਨਤੀਜੇ ਦਿੱਤੇ ਨੇ, ਭਾਵ ਕਿ 93% ਮਤਲਬ ਸਰੀਰ ਦੀ ਭਾਸ਼ਾ ਤੋਂ ਸਮਝਿਆ ਜਾਂਦਾ ਹੈ, ਜਿਹਦੇ ਵਿੱਚ ਆਵਾਜ਼ ਵੀ ਹੁੰਦੀ ਹੈ। ਅਤੇ ਜਿਹੜੇ ਆਪਾਂ ਸ਼ਬਦ ਬੋਲਦੇ ਹਾਂ ਉਹਨਾਂ ਦਾ ਅਸਰ ਸਿਰਫ 7% ਹੁੰਦਾ ਹੈ। ਜੇ ਸਰੀਰਕ ਭਾਸ਼ਾ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਾਡਾ ਚਿਹਰਾ ਅੱਖਾਂ ਤੋਂ ਬਾਅਦ ਦੂਜਾ ਹਿੱਸਾ ਹੈ ਜਿਹੜਾ ਸਾਡੀ ਮਨੋਸਥਿਤੀ ਬਾਰੇ ਦੂਜਿਆਂ ਨੂੰ ਦੱਸਦਾ ਹੈ। ਅਸੀਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨਾਲੋਂ ਆਪਣੀਆਂ ਅੱਖਾਂ ਨਾਲ ਸਭ ਤੋਂ ਵੱਧ ਗੱਲ ਕਰਦੇ ਹਾਂ। ਨਜ਼ਰਾਂ ਨਾਲ ਸਹੀ ਤਰੀਕੇ ਨਾਲ ਗੱਲ ਕਰਨ ਦਾ ਤਰੀਕਾ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੁਸੀਂ ਅਜਨਬੀਆਂ ਨਾਲ ਗੱਲਬਾਤ ਕਰਦੇ ਹਾਂ ਤਾਂ ਆਪਣੀ ਜਿਹੜੀ ਨਜ਼ਰ ਹੁੰਦੀ ਹੈ ਉਹ ਮੱਥੇ ਤੋਂ ਲੈ ਕੇ ਅੱਖਾਂ ਤੱਕ ਹੁੰਦੀ ਹੈ। ਅਤੇ ਜਦੋਂ ਆਪਾਂ ਕਿਸੇ ਜਾਣ ਪਹਿਚਾਣ ਵਾਲੀ ਨਾਲ ਗੱਲ ਕਰਦੇ ਹਾਂ ਤਾਂ ਅੱਖਾਂ ਤੋਂ ਲੈ ਕੇ ਲਿਪਸ ਤੱਕ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਅਤੇ ਜੇਕਰ ਤੁਹਾਡਾ ਕੋਈ ਨਿੱਜੀ ਰਿਸ਼ਤਾ ਹੈ ਤਾਂ ਉਸ ਤੋਂ ਲਿਪਸ ਤੋਂ ਲੈ ਕੇ ਨੀਚੇ ਤੱਕ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਲਗਾਤਾਰ ਟਿਕਟਿਕੀ ਲਾ ਕੇ ਦੇਖਣਾ, ਜਿਸ ਨੂੰ ਆਮ ਬੋਲੀ ਵਿੱਚ ਆਪਾਂ ਘੂਰਨਾ ਕਿਹਾ ਜਾਂਦਾ ਹੈ, ਤਾਂ ਲੋਕਾਂ ਨੂੰ ਬੇਚੈਨ ਕਰ ਦਿੰਦਾ ਹੈ ਅਤੇ ਜੋ ਤੁਸੀਂ ਕਹਿ ਰਹੇ ਹੋ ਉਸ ਵਿੱਚ ਵਿਗਾੜ ਪੈਦਾ ਕਰ ਦਿੰਦਾ ਹੈ। ਤਾਂ ਕਦੇ ਵੀ ਤਾਂ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਬੋਲਣ ਵਾਲਾ ਆਪਣੀ ਨਜ਼ਰ ਨੂੰ ਦੂਜੇ ਪਾਸੇ ਜ਼ਿਆਦਾ ਸਮਾਂ ਘੁਮਾਉਂਦਾ ਹੈ ਅਤੇ ਸੁਣਨ ਵਾਲਾ ਆਪਣੀ ਨਜ਼ਰ ਹੋਰ ਪਾਸੇ ਘੱਟ ਘੁਮਾਉਂਦਾ ਹੈ। ਦਰਅਸਲ ਗੱਲ ਇਹ ਹੈ ਕਿ ਇਨਸਾਨ ਇੱਕ ਬਹੁਤ ਸੰਵੇਦਨਸ਼ੀਲ ਚੀਜ਼ ਹੈ। ਸਾਨੂੰ ਉਸ ਵਕਤ ਬੇਚੈਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਸਾਡੇ ਵੱਲ ਲਗਾਤਾਰ ਦੇਖਦਾ ਰਹੇ। ਜੇ ਤੁਸੀਂ ਨਜ਼ਰਾਂ ਬਹੁਤ ਘੱਟ ਮਿਲਾਉਂਦੇ ਹੋ ਤਾਂ ਤੁਸੀਂ ਘਬਰਾਏ ਹੋਏ ਲੱਗਦੇ ਹੋ ਅਤੇ ਭਰੋਸੇਯੋਗ ਨਹੀਂ ਲੱਗਦੇ। ਦੂਜੇ ਪਾਸੇ ਜੇ ਤੁਸੀਂ ਲਗਾਤਾਰ ਘੂਰਦੇ ਰਹਿੰਦੇ ਹੋ ਤਾਂ ਤੁਸੀਂ ਗੁੱਸੇ ਵਾਲੇ, ਹਮਲਾਵਰ ਬਿਰਤੀ ਵਾਲੇ ਅਤੇ ਅਜੀਬ ਜਿਹੇ ਲੱਗੋਗੇ। ਚੰਗੇ ਬੁਲਾਰੇ ਅਤੇ ਚੰਗੀ ਗੱਲਬਾਤ ਕਰਨ ਵਾਲੇ, ਜਿਨ੍ਹਾਂ ਨੂੰ ਚੰਗੀ ਭਾਵਨਾਤਮਕ ਸੂਝ ਹੁੰਦੀ ਹੈ, ਉਹ ਤਕਰੀਬਨ ਅੱਧਾ ਜਾਂ ਇਸ ਤੋਂ ਥੋੜ੍ਹਾ ਘੱਟ ਸਮਾਂ ਰੁਕ ਰੁਕ ਕੇ ਨਜ਼ਰਾਂ ਮਿਲਾਉਂਦੇ ਨੇ। ਜਦੋਂ ਕੋਈ ਸਾਡੇ ਵੱਲ ਲਗਾਤਾਰ ਦੇਖਦਾ ਤਾਂ ਸਾਨੂੰ ਬੇਚੈਨੀ ਸ਼ੁਰੂ ਹੋ ਜਾਂਦੀ ਹੈ। ਇਸ ਸੰਬੰਧੀ ਇੱਕ ਖੋਜ ਦੱਸਦੀ ਹੈ ਕਿ ਆਮ ਗੱਲਬਾਤ ਵਿੱਚ ਇੱਕ ਚੰਗਾ ਬੁਲਾਰਾ ਸੁਣਨ ਵਾਲੇ ਵੱਲ 45-60% ਸਮਾਂ ਹੀ ਦੇਖਦਾ ਹੈ। ਸੁਣਨ ਵਾਲਾ ਬੋਲਣ ਵਾਲੇ ਵੱਲ 70-80% ਸਮਾਂ ਦੇਖਦਾ ਹੈ। ਤਕਰੀਬਨ 31% ਸਮਾਂ ਨਜ਼ਰਾਂ ਮਿਲਦੀਆਂ ਹਨ। ਅਸੀਂ ਇੱਕ ਵਾਰੀ ਵਿੱਚ ਦੂਜੇ ਵੱਲ ਔਸਤਨ 2.95 ਸਕਿੰਟ ਲਈ ਦੇਖਦੇ ਹਾਂ ਅਤੇ ਸਾਡੀਆਂ ਨਜ਼ਰਾਂ ਵਿੱਚ ਇੱਕ ਵਾਰੀ ਵਿੱਚ ਔਸਤਨ 1.8 ਸਕਿੰਟ ਲਈ ਮਿਲਦੀਆਂ ਨੇ। ਹੁਣ ਤੱਕ ਸਾਨੂੰ ਇਹ ਗੱਲ ਤਾਂ ਸਪਸ਼ਟ ਹੋ ਚੁੱਕੀ ਹੈ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਬੇਚੈਨੀ ਜਾਂ ਬੇਆਰਾਮੀ ਮਹਿਸੂਸ ਕਰਦੇ ਹਾਂ
ਤਾਂ ਅਕਸਰ ਇਹ ਉਸਦੇ ਗੱਲ ਕਰਦਿਆਂ ਲਗਾਤਾਰ ਨਜ਼ਰਾਂ ਮਿਲਾਉਣ ਦੀ ਆਦਤ ਕਰਕੇ ਹੁੰਦਾ ਹੈ। ਨਜ਼ਰਾਂ ਦੀ ਦਿਸ਼ਾ ਬਾਰੇ ਇੱਕ ਖੋਜ ਹੋਈ ਹੈ ਕਿ ਜੇ ਕਿਸੇ ਵਿਅਕਤੀ ਦੀਆਂ ਅੱਖਾਂ ਸੱਜੇ ਪਾਸੇ ਅਤੇ ਹੇਠਾਂ ਵੱਲ ਨੂੰ ਜਾਣ ਤਾਂ ਉਹ ਆਪਣੀਆਂ ਭਾਵਨਾਵਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਜੇ ਅੱਖਾਂ ਖੱਬੇ ਪਾਸੇ ਨੂੰ ਅਤੇ ਹੇਠਾਂ ਵੱਲ ਨੂੰ ਜਾਣ ਤਾਂ ਉਹ ਆਪਣੇ ਨਾਲ ਗੱਲ ਕਰ ਰਿਹਾ ਹੁੰਦਾ ਹੈ। ਜੇ ਅੱਖਾਂ ਉੱਪਰ ਵੱਲ ਨੂੰ ਅਤੇ ਖੱਬੇ ਪਾਸੇ ਨੂੰ ਜਾਣ ਤਾਂ ਉਹ ਕਿਸੇ ਪਹਿਲਾਂ ਵਾਪਰ ਚੁੱਕੀ ਘਟਨਾ ਨੂੰ ਨਜ਼ਰਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਜੇ ਅੱਖਾਂ ਉੱਪਰ ਵੱਲ ਨੂੰ ਅਤੇ ਸੱਜੇ ਪਾਸੇ ਨੂੰ ਜਾਣ ਤਾਂ ਉਹ ਕਿਸੇ ਚੀਜ਼ ਦੀ ਕਲਪਨਾ ਕਰ ਰਿਹਾ ਹੁੰਦਾ ਹੈ। ਜੇ ਅੱਖਾਂ ਬਸ ਖੱਬੇ ਪਾਸੇ ਨੂੰ ਹੀ ਜਾਣ ਤਾਂ ਉਹ ਕਿਸੇ ਆਵਾਜ਼ ਨੂੰ ਯਾਦ ਕਰ ਰਹੇ ਹੁੰਦੇ ਹਨ। ਜੇ ਅੱਖਾਂ ਸੱਜੇ ਪਾਸੇ ਨੂੰ ਹੀ ਜਾਣ ਤਾਂ ਉਹ ਕਿਸੇ ਆਵਾਜ਼ ਨੂੰ ਦੁਬਾਰਾ ਸਿਰਜ ਰਿਹਾ ਹੁੰਦਾ ਹੈ। ਤਾਂ ਇਹ ਸਾਰੀ ਜਿਹੜੀ ਜਾਣਕਾਰੀ ਹੈ ਤਾਂ ਤੁਸੀਂ ਕਿਸੇ ਕਾਪੀ 'ਤੇ ਨੋਟ ਕਰਕੇ ਵੀ ਇਸ ਨੂੰ ਦੁਬਾਰਾ ਚੰਗੀ ਤਰ੍ਹਾਂ ਸਮਝ ਸਕਦੇ ਹੋ, ਕਿਉਂਕਿ ਮੈਂ ਲਗਾਤਾਰ ਬੋਲ ਰਿਹਾ ਅਤੇ ਤੁਹਾਨੂੰ ਸੱਜੇ ਖੱਬੇ ਦੇ ਵਿੱਚ ਹੀ ਤੁਸੀਂ ਉਲਝ ਜਾਓਗੇ। ਤਾਂ ਇਹ ਕੋਸ਼ਿਸ਼ ਕਰਨਾ, ਜੇ ਇਸ ਖੋਜ ਨੂੰ ਸਮਝਣਾ ਹੈ ਤਾਂ ਕਿਸੇ ਕਾਪੀ 'ਤੇ ਨੋਟ ਕਰ ਲੈਣਾ। ਅਸੀਂ ਸਧਾਰਨ ਤੌਰ 'ਤੇ 1 ਮਿੰਟ ਵਿੱਚ ਔਸਤਨ 8-15 ਵਾਰੀ ਅੱਖਾਂ ਝਪਕਦੇ ਹਾਂ। ਜਦੋਂ ਕੋਈ ਵਿਅਕਤੀ ਇੱਕਦਮ ਅੱਖਾਂ ਝਪਕਣੀਆਂ ਤੇਜ਼ ਕਰ ਦੇਵੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਕਿਸੇ ਦਬਾਅ ਥੱਲੇ ਹੈ, ਪ੍ਰੈਸ਼ਰ ਥੱਲੇ ਹੈ। ਤਾਂ ਉਦੋਂ ਅੱਖਾਂ ਦੀ ਉਹਦੀ ਝਪਕਣ ਦੀ ਰਫ਼ਤਾਰ 30-40 ਪ੍ਰਤੀ ਮਿੰਟ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਝੂਠ ਬੋਲ ਰਿਹਾ ਹੋਵੇ ਤਾਂ ਉਸ ਦੀ ਅੱਖਾਂ ਝਪਕਣ ਦੀ ਰਫ਼ਤਾਰ ਵੀ ਤੇਜ਼ ਹੋ ਜਾਂਦੀ ਹੈ। ਬਹੁਤ ਸਾਰੀਆਂ ਖੋਜਾਂ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਔਰਤਾਂ ਆਪਣੇ ਸਰੀਰ ਦੀ ਭਾਸ਼ਾ ਮਰਦਾਂ ਨਾਲੋਂ ਵਧੀਆ ਢੰਗ ਨਾਲ ਪ੍ਰਗਟ ਕਰਦੀਆਂ ਹਨ, ਖਾਸ ਕਰਕੇ ਚਿਹਰੇ ਤੋਂ ਪ੍ਰਗਟ ਹੋਣ ਵਾਲੀਆਂ ਭਾਸ਼ਾ। ਕਿਉਂਕਿ ਜਦੋਂ ਵੀ ਕੋਈ ਔਰਤ ਬੋਲਦੀ ਹੈ ਤਾਂ ਉਹ ਆਪਦੀਆਂ ਅੱਖਾਂ, ਸਹੇਲੀਆਂ, ਹੱਥਾਂ ਦੇ ਇਸ਼ਾਰੇ, ਲਿਪਸਿੰਗ ਜਾਂ ਅੱਖਾਂ ਦੇ ਇਸ਼ਾਰੇ, ਤਾਂ ਉਹਨਾਂ ਤੋਂ ਇਹ ਪਤਾ ਲੱਗ ਜਾਂਦੀ ਹੈ, ਜਿਸ ਨੂੰ ਕਈ ਵਾਰ ਆਪਾਂ ਨਖਰਾ ਵੀ ਸਮਝਦੇ ਹਾਂ। ਤਾਂ ਇਸ ਦੇ ਵਿੱਚ ਬਾਡੀ ਲੈਂਗੁਏਜ ਦੇ ਵਿੱਚ ਉਹ ਇੱਕ ਅੱਵਲ ਸਥਾਨ ਹੈ ਔਰਤ ਦਾ। ਅਸੀਂ ਜਾਣਦੇ ਹਾਂ ਕਿ ਅੱਖਾਂ ਕੀ ਕੁਝ ਕਹਿ ਸਕਦੀਆਂ ਹਨ। ਜਦੋਂ ਅੱਖਾਂ ਨੂੰ ਚਿਹਰੇ ਦੇ ਪੱਠਿਆਂ, ਨੱਕ, ਬੁੱਲ੍ਹ, ਮੂੰਹ ਅਤੇ ਜਬਾੜੇ ਨਾਲ ਮਿਲਾ ਲਿਆ ਜਾਵੇ ਤਾਂ ਇਹ ਬਹੁਤ ਜ਼ਿਆਦਾ ਕੁਝ ਕਹਿ ਸਕਦੀਆਂ ਹਨ। ਲੋਕ ਉਸ ਗੱਲ 'ਤੇ ਜ਼ਿਆਦਾ ਯਕੀਨ ਕਰਦੇ ਹਨ ਜੋ ਚਿਹਰਾ ਕਹਿ ਰਿਹਾ ਹੁੰਦਾ ਹੈ ਅਤੇ ਬੋਲੇ ਗਏ ਸ਼ਬਦਾਂ 'ਤੇ ਘੱਟ ਯਕੀਨ ਕਰਦੇ ਨੇ। ਮੁਸਕਰਾਹਟ 2 ਤਰ੍ਹਾਂ ਦੀ ਹੁੰਦੀ ਹੈ, ਸੱਚੀ ਅਤੇ ਝੂਠੀ। ਅਸੀਂ ਸਾਰੇ ਹੀ ਮੁਸਕਰਾਉਂਦੇ ਹਾਂ। ਇਹ ਸਾਡੇ ਚਿਹਰੇ ਦੀ ਮੁੱਢਲੀ ਕਿਰਿਆ ਹੈ ਜਿਹੜੀ ਅਸੀਂ ਉਸ ਵੇਲੇ ਕਰਦੇ ਹਾਂ ਜਦੋਂ ਅਸੀਂ ਖੁਸ਼ ਹੋਈਏ। ਝੂਠੀ ਮੁਸਕਰਾਹਟ ਵਿੱਚ ਵੀ 2 ਕਿਸਮਾਂ ਹਨ। ਇੱਕ ਉਹ ਮੁਸਕਰਾਹਟ ਹੁੰਦੀ ਹੈ ਜਿਹੜੀ ਅਸੀਂ ਉਦੋਂ ਚਿਹਰੇ 'ਤੇ ਲਿਆਉਂਦੇ ਹਾਂ ਜਦੋਂ ਅਸੀਂ ਅਸਲੀਅਤ ਵਿੱਚ ਪਰੇਸ਼ਾਨ ਹੁੰਦੇ ਹਾਂ। ਐਸਾ ਅਸੀਂ ਸਾਰੇ ਹੀ ਕਦੀ ਨਾ ਕਦੀ ਕਰਦੇ ਹਾਂ, ਪਰ ਸਿਆਣੇ ਲੋਕ ਇਸ ਨੂੰ ਪਹਿਚਾਣ ਜਾਂਦੇ ਹਨ। ਅਸੀਂ ਬੜੀ ਪਰੇਸ਼ਾਨੀ ਅਤੇ ਨਿਰਾਸ਼ਤਾ ਵਿੱਚੋਂ ਲੰਘ ਰਹੇ ਹੁੰਦੇ ਹਾਂ, ਪਰ ਜੇ ਅਸੀਂ ਇਹ ਸਭ ਕੁਝ ਜ਼ਾਹਰ ਕਰ ਦਈਏ ਤਾਂ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਦੱਸਣਾ ਪੈਂਦਾ ਹੈ। ਇਹ ਵੀ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਅਤੇ ਸਾਨੂੰ ਮੁਸਕਰਾਉਣ ਦੀ ਬਿਹਤਰ ਹੀ ਲੱਗਦਾ ਹੈ ਕਿ ਮੁਸਕਰਾ ਕੇ ਉਸ ਗੱਲ ਨੂੰ ਟਾਲ ਦਿੱਤਾ ਜਾਵੇ। ਜਦੋਂ ਸਾਡੀ ਅਸਲੀ ਮੁਸਕਰਾਹਟ ਹੁੰਦੀ ਹੈ ਤਾਂ ਉਸ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਹੌਲੀ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਹੀ ਖਤਮ ਹੁੰਦੀ ਹੈ ਅਤੇ ਚਿਹਰੇ ਦੇ ਦੋਵੇਂ ਪਾਸੇ ਇਕਸਾਰ ਢੰਗ ਨਾਲ ਹਿਲਦੇ ਨੇ। ਅਤੇ ਜਦੋਂ ਸਾਡੀ ਨਕਲੀ ਮੁਸਕਰਾਹਟ ਹੁੰਦੀ ਹੈ, ਅਸੀਂ ਜਾਣਬੁੱਝ ਕੇ ਮੁਸਕਰਾਉਂਦੇ ਹਾਂ, ਤਾਂ ਇਹ ਇੱਕਦਮ ਸ਼ੁਰੂ ਹੋ ਜਾਂਦੀ ਹੈ ਅਤੇ ਇੱਕਦਮ ਹੀ ਖਤਮ ਹੋ ਜਾਂਦੀ ਹੈ ਅਤੇ ਚਿਹਰੇ ਦੇ ਦੋਵੇਂ ਪਾਸੇ ਭਾਵ ਸੱਜਾ ਅਤੇ ਖੱਬਾ ਇਕਸਾਰ ਢੰਗ ਨਾਲ ਨਹੀਂ ਹਿਲਦੇ। ਇਸ ਦੇ ਵਿੱਚ ਇੱਕ ਹੋਰ ਖੋਜ ਵੀ ਹੋਈ ਹੈ ਕਿ ਅਸਲੀ ਮੁਸਕਰਾਹਟ ਵਿੱਚ ਬੁੱਲ੍ਹਾਂ ਦੀ ਹਰਕਤ ਕੁਝ ਘੱਟ ਹੁੰਦੀ ਹੈ ਅਤੇ ਨਕਲੀ ਮੁਸਕਰਾਹਟ ਵਿੱਚ ਹਰਕਤ ਜ਼ਿਆਦਾ ਹੁੰਦੀ ਹੈ। ਇਸ ਦੇ ਰਿਲੇਟਡ ਇੱਕ ਚੀਨੀ ਕਹਾਵਤ ਹੈ ਕਿ ਜੇ ਕੋਈ ਵਿਅਕਤੀ ਹੱਸੇ ਪਰ ਉਸ ਦਾ ਪੇਟ ਨਾ ਹਿਲਦਾ ਹੋਵੇ ਤਾਂ ਉਸ ਤੋਂ ਬਚ ਕੇ ਰਹੋ। ਅਸੀਂ ਆਪਣੇ ਜੀਵਨ ਦਾ ਬਹੁਤ ਹਿੱਸਾ ਸੁਣਦੇ ਹੋਏ ਹੀ ਬਿਤਾ ਦਿੰਦੇ ਹਾਂ, ਪਰ ਫਿਰ ਵੀ ਸਾਨੂੰ ਧਿਆਨ ਨਾਲ ਸੁਣਨਾ ਨਹੀਂ ਆਉਂਦਾ, ਕਿਉਂਕਿ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ ਤਾਂ ਅਕਸਰ ਆਪਾਂ ਉਸ ਦੇ ਜਵਾਬ ਵੀ ਨਾਲ ਦੀ ਨਾਲ ਹੀ ਸੋਚ ਰਹੇ ਹੁੰਦੇ ਹਾਂ। ਤਾਂ ਜਦੋਂ ਆਪਾਂ ਸੋਚ ਰਹੇ ਹੁੰਦੇ ਹਾਂ ਤਾਂ ਆਪਾਂ ਸਹੀ ਢੰਗ ਨਾਲ ਉਸ ਨੂੰ ਸੁਣ ਨਹੀਂ ਸਕਦੇ। ਤਾਂ ਜਦੋਂ ਤੁਸੀਂ ਅਗਲੀ ਵਾਰ ਕਿਸੇ ਦੀ ਗੱਲ ਉਸ ਦੇ ਸਾਹਮਣੇ ਖੜ੍ਹੇ ਹੋ ਕੇ ਸੁਣ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਸੋਚ ਨੂੰ ਰੋਕ ਲਵੋ ਅਤੇ ਨਾ ਹੀ ਇਹ ਸੋਚਣ ਦੀ ਕੋਸ਼ਿਸ਼ ਕਰੋ ਕਿ ਇਸ ਦਾ ਤੁਸੀਂ ਜਵਾਬ ਕੀ ਦਿਓਗੇ। ਫਿਰ ਹੀ ਤੁਸੀਂ ਸਹੀ ਢੰਗ ਨਾਲ ਉਸ ਨੂੰ ਸੁਣ ਸਕਦੇ ਹੋ। ਇਸ ਦੇ ਰਿਲੇਟਡ ਇੱਕ ਖੋਜ ਦੱਸਦੀ ਹੈ ਕਿ ਜੇਕਰ ਅਸੀਂ ਸਿਰ ਹਿਲਾ ਕੇ ਗੱਲ ਕਰਦੇ ਹਾਂ ਤਾਂ ਅਸੀਂ ਬੋਲਣ ਵਾਲੇ ਕੋਲੋਂ ਜ਼ਿਆਦਾ ਕੁਝ ਪੁੱਛ ਸਕਦੇ ਹਾਂ। ਬਿਨਾਂ ਸਿਰ ਹਿਲਾਏ ਗੱਲ ਕਰਨ ਨਾਲੋਂ ਸਿਰ ਹਿਲਾ ਕੇ ਗੱਲ ਕਰਨ ਵਾਲਾ 4 ਗੁਣਾ ਚੀਜ਼ਾਂ ਜ਼ਿਆਦਾ ਪੁੱਛ ਲੈਂਦਾ ਹੈ। ਭਾਵ ਜਦੋਂ ਵੀ ਕੋਈ ਗੱਲ ਸੁਣਾ ਰਿਹਾ ਹੁੰਦਾ ਅਤੇ ਆਪਾਂ ਹਾਂਜੀ ਹਾਂਜੀ ਜਾਂ ਆਪਾਂ ਸਿਰਫ ਸਿਰ ਹਿਲਾ ਰਹੇ ਹੁੰਦੇ ਹਾਂ ਤਾਂ ਬੋਲਣ ਵਾਲਾ ਹੋਰ ਕੁਝ ਦੱਸੀ ਜਾਂਦਾ ਹੈ। ਬਟ ਜਦੋਂ ਆਪਾਂ ਆਪਦਾ ਜਵਾਬ ਸੋਚ ਕੇ ਉਹਨੂੰ ਦੱਸ ਰਹੇ ਹੁੰਦੇ ਹਾਂ, ਬਹਿਸ ਕਰਨ ਲੱਗ ਜਾਂਦੇ ਹਾਂ, ਤਾਂ ਜੋ ਚੀਜ਼ ਆਪਾਂ ਉਸ ਤੋਂ ਹਾਸਿਲ ਕਰਨਾ ਚਾਹੁੰਦੇ ਹਾਂ ਜਾਂ ਜੋ ਚੀਜ਼ ਉਹ ਦੇਣਾ ਚਾਹੁੰਦਾ ਹੈ ਤਾਂ ਉਸ ਦੇ ਵਿੱਚ ਰੁਕਾਵਟ ਆ ਜਾਂਦੀ ਹੈ।
ਅੱਗੇ ਸਿਰ ਹਿਲਾਉਣ ਦੇ ਵੀ ਦੋ ਮਤਲਬ ਨਿਕਲਦੇ ਨੇ। ਜਦੋਂ ਤੁਸੀਂ ਹੌਲੀ ਹੌਲੀ ਸਿਰ ਹਿਲਾਉਂਦੇ ਹੋ ਤਾਂ ਉਸ ਤੋਂ ਭਾਵ ਹੁੰਦਾ ਹੈ ਕਿ ਬੋਲਣ ਵਾਲੇ ਨੂੰ ਤੁਸੀਂ ਉਤਸ਼ਾਹਿਤ ਕਰ ਰਹੇ ਹੋ ਬੋਲਣ ਲਈ, ਕਿ ਤੁਸੀਂ ਲਗਾਤਾਰ ਸੁਣਨਾ ਚਾਹੁੰਦੇ ਹੋ, ਤੁਸੀਂ ਇੰਟਰਸਟਡ ਹੋ ਉਹਦੀਆਂ ਗੱਲਾਂ ਦੇ ਵਿੱਚ। ਜਦੋਂ ਤੁਸੀਂ ਥੋੜ੍ਹਾ ਤੇਜ਼ ਸਿਰ ਹਿਲਾਉਂਦੇ ਹੋ ਤਾਂ ਉਸ ਦਾ ਮਤਲਬ ਹੁੰਦਾ ਕਿ ਤੁਸੀਂ ਸਾਰੀ ਗੱਲ ਸਮਝ ਚੁੱਕੇ ਹੋ, ਬਸ ਹੁਣ ਚੁੱਪ ਕਰ, ਮੈਂ ਆਪਣੀ ਗੱਲ ਕਹਿਣਾ ਚਾਹੁੰਦਾ। ਇੱਕ ਸਰਵੇਖਣ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨਾਂ 'ਤੇ ਕੀਤਾ ਗਿਆ, ਜਿਸ ਵਿੱਚ ਉੱਥੇ ਇੰਤਜ਼ਾਰ ਕਰ ਰਹੇ ਵਿਅਕਤੀਆਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਨੋਟ ਕੀਤਾ ਗਿਆ। ਇਨ੍ਹਾਂ ਥਾਵਾਂ 'ਤੇ ਲੋਕ ਅਕਸਰ ਤਣਾਅ ਵਿੱਚ ਹੁੰਦੇ ਹਨ, ਤਾਂ ਹੁਣ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਤਣਾਅ ਵਿੱਚ ਹੁੰਦੇ ਹਾਂ ਤਾਂ ਅਸੀਂ ਕਿੱਦਾਂ ਦੀਆਂ ਹਰਕਤਾਂ ਕਰਦੇ ਹਾਂ। ਤਾਂ ਇਹ ਖੋਜ ਦੱਸਦੀ ਹੈ ਕਿ ਹਵਾਈ ਅੱਡੇ 'ਤੇ ਜਾਂ ਸਟੇਸ਼ਨਾਂ 'ਤੇ ਸਿਰ ਖੁਰਕਣਾ, ਮੂੰਹ ਬਣਾਉਣਾ, ਕੰਨਾਂ ਨੂੰ ਛੂਹਣਾ, ਚੀਜ਼ਾਂ ਬਾਰ-ਬਾਰ ਛੂਹਣੀਆਂ, ਉਲਟਾ ਪਲਟਾ ਕੇ ਦੇਖਣੀਆਂ, ਆਪਣਾ ਪਰਸ ਚੈੱਕ ਕਰਨਾ, ਦੁਬਾਰਾ ਟਾਈਮ ਦੇਖਣਾ, ਤਾਂ ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹ ਘਬਰਾਹਟ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਸਾਡੇ ਹੱਥਾਂ ਦਾ ਸਾਡੇ ਦਿਮਾਗ ਨਾਲ ਬੜਾ ਨੇੜੇ ਦਾ ਸੰਬੰਧ ਹੈ। ਇਸੇ ਕਰਕੇ ਜਦੋਂ ਅਸੀਂ ਕਿਸੇ ਉਲਝਣ ਵਿੱਚ ਹੁੰਦੇ ਹਾਂ ਤਾਂ ਸਾਡੇ ਹੱਥ ਅਕਸਰ ਐਸੀਆਂ ਹਰਕਤਾਂ ਕਰਦੇ ਹਨ ਜੋ ਆਪਣੇ ਆਪ ਹੀ ਹੋ ਜਾਂਦੀਆਂ ਨੇ। ਬਾਹਾਂ ਵੀ ਸਾਡੀ ਮਨੋਸਥਿਤੀ ਨੂੰ ਪ੍ਰਗਟ ਕਰਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਨੇ। ਜੇਕਰ ਪਿੱਠ ਪਿੱਛੇ ਹੱਥ ਨੂੰ ਨਾ ਪਕੜਿਆ ਹੋਵੇ, ਸਗੋਂ ਕਲਾਈ ਨੂੰ ਪਕੜਿਆ ਹੋਵੇ, ਤਾਂ ਇਹ ਇੱਕ ਐਸੀ ਮਨੋਸਥਿਤੀ ਹੁੰਦੀ ਹੈ ਜਦੋਂ ਉਹ ਵਿਅਕਤੀ ਖਿਝਿਆ ਹੁੰਦਾ ਹੈ। ਇਹ ਸਮਝੋ ਕਿ ਹੱਥ ਨੇ ਦੂਜੇ ਹੱਥ ਦੀ ਕਲਾਈ ਫੜ ਕੇ ਕਿਸੇ ਉੱਤੇ ਵਾਰ ਕਰਨ ਤੋਂ ਰੋਕਿਆ ਹੋਵੇ। ਜਾਣੀ ਕਿ ਕਲਾਈ ਫੜਨਾ ਜਦੋਂ ਪਿੱਛੇ ਆਪਾਂ ਹੱਥ ਕਰਦੇ ਹਾਂ ਤਾਂ ਉਹ ਇੱਕ ਕੀ ਹੈ, ਗੁੱਸੇ ਦੀ ਨਿਸ਼ਾਨੀ ਹੈ, ਤਣਾਅ ਦੀ ਨਿਸ਼ਾਨੀ ਹੈ, ਖਿਜੇ ਹੋਈ ਦੀ ਨਿਸ਼ਾਨੀ ਹੈ। ਇੱਕ ਸਰਵੇਖਣ ਵਿੱਚ ਦਬਾਅ ਅਧੀਨ ਲੋਕਾਂ ਦੀਆਂ ਹੱਥਾਂ, ਮੂੰਹ ਤੇ ਵਾਲੀਆਂ ਹਰਕਤਾਂ ਨੋਟ ਕੀਤੀਆਂ ਗਈਆਂ ਨੇ। ਸਭ ਤੋਂ ਆਮ ਹਰਕਤਾਂ ਇਹ ਹਨ: ਜਵਾੜੇ ਨੂੰ ਸਹਾਰਾ ਦੇਣਾ, ਠੋਡੀ ਨੂੰ ਸਹਾਰਾ ਦੇਣਾ, ਵਾਲਾਂ ਨੂੰ ਹੱਥ ਲਾਉਣਾ, ਗੱਲਾਂ ਨੂੰ ਸਹਾਰਾ ਦੇਣਾ, ਚਿਹਰੇ ਨੂੰ ਹੱਥ ਲਾਉਣਾ, ਪੁੜਪੁੜੀ ਉੱਤੇ ਸਹਾਰਾ ਦੇਣਾ। ਜਾਣੀ ਕਿ ਜਦੋਂ ਆਪਾਂ ਪ੍ਰੈਸ਼ਰ ਦੇ ਵਿੱਚ ਹੁੰਦੇ ਹਾਂ ਤਾਂ ਆਪਾਂ ਇੱਦਾਂ ਦੀਆਂ ਹਰਕਤਾਂ ਜ਼ਿਆਦਾ ਕਰਦੇ ਹਾਂ। ਸਾਡੇ ਪੈਰ ਸਾਡੇ ਦਿਮਾਗ ਤੋਂ ਸਭ ਤੋਂ ਦੂਰ ਹੁੰਦੇ ਹਨ, ਸੋ ਅਸੀਂ ਅਕਸਰ ਇਸ ਗੱਲ ਬਾਰੇ ਸੁਚੇਤ ਨਹੀਂ ਹੁੰਦੇ ਕਿ ਸਾਡੇ ਪੈਰ ਕੀ ਕਰ ਰਹੇ ਹਨ ਅਤੇ ਕਿਸ ਦਿਸ਼ਾ ਵੱਲ ਹਨ। ਜਾਣੀ ਕਿ ਸਾਡੇ ਪੈਰਾਂ 'ਤੇ ਸਭ ਤੋਂ ਘੱਟ ਕੰਟਰੋਲ ਹੁੰਦਾ ਦਿਮਾਗ ਦਾ, ਕਿਉਂਕਿ ਉਹ ਦਿਮਾਗ ਤੋਂ ਬਹੁਤ ਜ਼ਿਆਦਾ ਦੂਰ ਹੁੰਦੇ ਨੇ। ਪੈਰਾਂ ਦੀ ਦਿਸ਼ਾ ਸਾਨੂੰ ਬਹੁਤ ਕੁਝ ਦੱਸਦੀ ਹੈ, ਪਰ ਜੇਕਰ ਅਸੀਂ ਧਿਆਨ ਨਾਲ ਦੇਖੀਏ ਕਿ ਕਿਸੇ ਵਿਅਕਤੀ ਦੇ ਪੈਰ ਬਾਰ-ਬਾਰ ਹਿੱਲ ਰਹੇ ਹਨ ਅਤੇ ਕਿਸੇ ਇੱਕ ਜਗ੍ਹਾ 'ਤੇ ਟਿਕ ਨਹੀਂ ਰਹੇ, ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਪਣੀ ਬੇਚੈਨੀ ਨੂੰ ਬਾਹਰ ਲਿਆ ਰਿਹਾ ਹੈ ਅਤੇ ਉਸ ਜਗ੍ਹਾ ਤੋਂ ਜਾਂ ਉਹਨਾਂ ਹਾਲਾਤਾਂ ਤੋਂ ਇੱਕਦਮ ਦੂਰ ਹੋ ਜਾਣਾ ਚਾਹੁੰਦਾ ਹੈ। ਇਸ ਤਰ੍ਹਾਂ ਜੇ ਕੋਈ ਵਿਅਕਤੀ ਆਪਣੇ ਪੈਰਾਂ ਨੂੰ ਬਾਰ-ਬਾਰ ਧਰਤੀ ਨਾਲ ਟਕਰਾਵੇ ਤਾਂ ਇਸ ਦਾ ਮਤਲਬ ਹੋ ਸਕਦਾ ਹੈ ਕਿ ਉਸ ਦਾ ਸਬਰ ਖਤਮ ਹੋ ਚੁੱਕਾ ਹੈ। ਜਦੋਂ ਆਪਾਂ ਦੂਸਰੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਸ ਦਾ ਜਿਹੜਾ ਡਿਸਟੈਂਸ ਹੈ ਆਪਾਂ ਨੂੰ ਉਹ ਪਤਾ ਹੋਣਾ ਚਾਹੀਦਾ ਹੈ। ਤਾਂ ਜਦੋਂ ਆਪਾਂ ਅਤੀ ਨੇੜਤਾ ਭਾਵ ਨਿੱਜੀ ਰਿਸ਼ਤਿਆਂ ਦੇ ਵਿੱਚ ਖੜ੍ਹਦੇ ਹਾਂ ਤਾਂ ਉਹ 0 ਤੋਂ ਲੈ ਕੇ 6 ਇੰਚ ਤੱਕ ਦੀ ਦੂਰੀ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਪ੍ਰੇਮੀ ਜਾਂ ਹੋਰ ਲੋਕ ਉੱਦਾਂ ਦੇ ਆ ਜਾਂਦੇ ਨੇ ਜਾਂ ਪਰਿਵਾਰਕ ਮੈਂਬਰ ਆ ਜਾਂਦੇ ਨੇ। ਅਤੇ ਨੇੜਤਾ ਵਾਲੇ ਰਿਸ਼ਤਿਆਂ ਦੇ ਵਿੱਚ 6 ਤੋਂ ਲੈ ਕੇ 18 ਇੰਚ ਦੀ ਦੂਰੀ ਹੋਣੀ ਚਾਹੀਦੀ ਹੈ। ਨਿੱਜੀ ਖੇਤਰ ਜਾਣੀ ਕਿ ਕਿਸੇ ਪ੍ਰੋਫੈਸ਼ਨਲ ਦੇ ਵਿੱਚ 18 ਇੰਚ ਤੋਂ ਲੈ ਕੇ 4 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਅਤੇ ਜਦੋਂ ਸਮਾਜ ਦੀ ਗੱਲ ਆਉਂਦੀ ਹੈ, ਸਮਾਜਿਕ ਅਣਜਾਣ ਲੋਕਾਂ ਦੀ ਗੱਲ ਆਉਂਦੀ ਹੈ, ਤਾਂ 4 ਫੁੱਟ ਤੋਂ ਲੈ ਕੇ 12 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਉਦਾਹਰਨ ਦੇ ਤੌਰ 'ਤੇ ਸੇਲਜ਼ਮੈਨ, ਵਪਾਰੀ ਜਾਂ ਦੁਕਾਨਾਂ ਦੇ ਕਲਰਕ ਆਦਿ। ਜਾਣੀ ਕਿ ਆਪਾਂ ਡਿਸਟੈਂਸ ਤੋਂ ਵੀ ਉਹਨਾਂ ਦੇ ਰਿਸ਼ਤਿਆਂ ਬਾਰੇ ਪਤਾ ਕਰ ਸਕਦੇ ਹਾਂ। ਗੱਲਬਾਤ ਅਤੇ ਮੇਲ-ਜੋਲ ਦੌਰਾਨ ਦੋ ਵਿਅਕਤੀਆਂ ਵਿਚਾਲੇ ਫਾਸਲੇ ਤੋਂ ਅਸੀਂ ਉਹਨਾਂ ਦੇ ਆਪਣੇ ਸੰਬੰਧ ਅਤੇ ਕਈ ਵਾਰ ਉਹਨਾਂ ਦੀਆਂ ਇੱਕ ਦੂਜੇ ਪ੍ਰਤੀ ਭਾਵਨਾਵਾਂ ਬਾਰੇ ਵੀ ਕਾਫੀ ਹੱਦ ਤੱਕ ਸਹੀ ਅੰਦਾਜ਼ਾ ਲਗਾ ਸਕਦੇ ਹਾਂ। ਝੂਠ ਬੋਲਣਾ ਅਤੇ ਧੋਖਾ ਦੇਣ ਦੀ ਕਿਰਿਆ ਨੇ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਬਹੁਤ ਸਾਰੇ ਮਨੋਵਿਗਿਆਨਿਕਾਂ ਨੇ ਇਸ ਵਿਸ਼ੇ 'ਤੇ ਬੜੇ ਵਿਗਿਆਨਿਕ ਢੰਗ ਨਾਲ ਖੋਜਾਂ ਕੀਤੀਆਂ ਹਨ ਅਤੇ ਹੁਣ ਵੀ ਖੋਜਕਰਤਾ ਇਸ ਬਾਰੇ ਖੋਜਾਂ ਕਰਦੇ ਰਹਿੰਦੇ ਨੇ। ਜੇ ਲੋਕਾਂ ਨੂੰ ਇਹ ਪੁੱਛੇ ਕਿ ਉਹ ਸਰੀਰਕ ਭਾਸ਼ਾ ਵਿੱਚ ਪ੍ਰਵੀਨ ਕਿਉਂ ਹੋਣਾ ਚਾਹੁੰਦੇ ਨੇ, ਜਾਣੀ ਕਿ ਇਹ ਸਿੱਖਣਾ ਕਿਉਂ ਚਾਹੁੰਦੇ ਨੇ, ਤਾਂ ਲੋਕਾਂ ਦੀ ਦਿਲਚਸਪੀ ਦੋ ਚੀਜ਼ਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ: ਪਸੰਦਗੀ ਜਾਂ ਝੂਠ। ਕਿ ਪਸੰਦਗੀ ਭਾਵ ਮੈਨੂੰ ਇਹ ਕਿਵੇਂ ਪਤਾ ਲੱਗ ਸਕਦਾ ਹੈ ਕਿ ਕੋਈ ਮੈਨੂੰ ਪਸੰਦ ਕਰਦਾ ਹੈ ਜਾਂ ਨਹੀਂ। ਦੂਜਾ ਆ ਜਾਂਦਾ ਝੂਠ, ਕਿ ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਉਹ ਮੇਰੇ ਨਾਲ ਝੂਠ ਬੋਲ ਰਿਹਾ ਹੈ। ਧੋਖੇ ਦੀਆਂ ਵੀ ਕਿਸਮਾਂ ਹੁੰਦੀਆਂ ਨੇ। ਜਿਨ੍ਹਾਂ ਚੀਜ਼ਾਂ ਵਿੱਚ ਅਸੀਂ ਸੱਚ ਨਹੀਂ ਬੋਲਦੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਕੂਲ ਵਿੱਚ ਕੰਮ ਨਾ ਕਰਨ ਤੋਂ ਲੈ ਕੇ ਸਮਾਜਿਕ ਝੂਠ, ਜਿਵੇਂ ਪਤਨੀ ਨੂੰ ਇਸ ਸਵਾਲ ਦਾ ਜਵਾਬ, ਇਹਨਾਂ ਕੱਪੜਿਆਂ ਵਿੱਚ ਮੈਂ ਬਹੁਤ ਮੋਟੀ ਤਾਂ ਨਹੀਂ ਲੱਗਦੀ, ਜਾਂ ਮੇਰੀ ਆਵਾਜ਼ ਗਾਣ ਵਿੱਚ ਕੈਸੀ ਹੈ। ਤਾਂ ਇਹ ਇੱਦਾਂ ਦੀਆਂ ਗੱਲਾਂ ਨੇ ਜਿੱਥੇ ਆਪਾਂ ਨੂੰ ਕਈ ਵਾਰ ਝੂਠ ਬੋਲਣਾ ਪੈਂਦਾ। ਝੂਠ ਬੋਲਣ ਬਾਰੇ ਸਾਨੂੰ ਇੱਕ ਗੱਲ ਮੰਨਣੀ ਪਵੇਗੀ ਕਿ ਅਸੀਂ ਸਾਰੇ ਹੀ ਬਚਪਨ ਤੋਂ ਝੂਠ ਬੋਲ ਰਹੇ ਹਾਂ। 10-12 ਸਾਲ ਦੀ ਉਮਰ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਸਾਰੇ ਆਪਣੇ ਮਾਤਾ ਪਿਤਾ ਤੋਂ ਸੱਚੀਆਂ ਗੱਲਾਂ ਛੁਪਾਉਣ ਦਾ ਅਭਿਆਸ ਕਰਦੇ ਰਹੇ ਹਾਂ।
सो असी सारे झूठ बोलण विच काफ़ी महारत हासिल कर चुके हाँ। असी सारे ये जानते हाँ कि जदों सानू कोई खुशी मिलती आस होवे तां साडियां अखां दीयां पुतलियां वड्डियां हो जांदियां हन। नाल ही जदों सानू गुस्सा आवे जां परेशानी होवे तां साडियां अखां आम नालों तेज झपकणियां शुरू हो जांदियां हन। खोजां ये दसदियां हन कि जदों कोई व्यक्ति झूठ बोलदा है तां 90% संभावना हुंदी है कि सरीरक भाषा जां परभाषा राहीं सानू बड़े स्पष्ट संकेत मिल जांदे ने। खोज की गई है कि आम धारणा के उल्ट झूठ बोलने वाले लोग झूठ बोलते हुए सच्ची गल कहण वालियां नालों घट मुस्कुराउंदे हन। भाव जो सच बोलते हैं वो ज़्यादा मुस्कुराउंदे ने ते जो झूठ बोलते हैं अजकल वो घट मुस्कुराउंदे ने। तां आपां जदों उहदी मुस्कुराहट हुंदी है आपां अंदाज़ा लगा लैंदे आ कि ये ज़्यादा हस रहा ते भाव झूठ बोल रहा है, जदों कि ये गलत है। झूठ बोलने वाले अक्सर घट मुस्कुराउंदे ने। पहला हुंदा सी कि जो झूठ बोलते सी वो ज़्यादा देर तक नज़रां नहीं मिलाउंदे सी, भाव दूजे दे सामने वो नज़रां चुरा लैंदे सी। पर अजकल उल्ट हुंदा है, लोग समझ चुके हैं कि झूठ बोलना किद्दां है, क्योंकि अपना अभ्यास भी बहुत हो चुका है। तो झूठ बोलने वाले नज़र चुराउण दी थां ते लोड़ तो वध ही नज़रां मिला के रखते हैं। वो अपना कॉन्फिडेंस शो करना चाहुंदे ने। जदों असीं झूठ बोल रहे हुंदे हां तां बौद्धिक तौर ते वध सुचेत हुंदे हां, क्योंकि झूठ बोलण दा अपना ही दबाव हुंदा है। सो साडे विच दबाव ते सचेतता दे कारण चिन्ह तेज हो जाते हैं, जिवें कि अखां झपकणियां तेज हो जांदियां ने। लोग झूठ बोलण लग्गियां अखां मलण लग जाते हैं जां चेहरे नूं लगातार वो छूहण लग जाते हैं। बाकी होर भी इदां दे बहुत सारे चिन्ह ने जिन्हां तो आपां दूजिਆਂ बारे अंदाज़ा लगा सकते हैं। असल दे विच सानू ये डाटा याद करन दी जरूरत नहीं, सानू सिर्फ एक ऐदां दी अपने दे विच नज़र पैदा करन दी जरूरत है जिੱਥੋਂ आपां असी अंदाजे लगाने सीख सकते हैं। क्योंकि जिवें तुहानूं मैं शुरू दे विच ही दस्सिआ कि ये कोई एग्जैक्ट साइंस नहीं है कि बिल्कुल ऐदां ही हुंदा है। ਜਿਉਂ-ਜਿਉਂ ਤੁਸੀਂ ਆਪਣੀ ਇਸ ਦੇ ਵਿੱਚ ਮਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਗੌਰ ਨਾਲ ਦੇਖਣਾ ਪਵੇਗਾ, ਸੁਣਨਾ ਪਵੇਗਾ। ਜਦੋਂ ਤੁਸੀਂ ਆਪਣੇ ਗਿਆਨ ਇੰਦਰੀਆਂ ਦਾ ਪ੍ਰਯੋਗ ਕਰਨ ਲੱਗ ਜਾਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਦੂਜਿਆਂ ਦੀ ਬਾਡੀ ਲੈਂਗੁਏਜ ਦਾ ਬਿਹਤਰ ਅੰਦਾਜ਼ਾ ਹੋਣ ਲੱਗ ਜਾਵੇਗਾ। ਇਸ ਲਈ ਤੁਹਾਨੂੰ ਗੌਰ ਨਾਲ ਦੇਖਣਾ ਅਤੇ ਸੁਣਨਾ ਪਵੇਗਾ ਦੂਜੇ ਨੂੰ। ਜਦੋਂ ਤੁਸੀਂ ਕਿਸੇ ਦੀ ਗੱਲ ਟੋਕਦੇ ਹੋ, ਆਪਣੀ ਸੁਣਾਉਣ ਲੱਗ ਜਾਂਦੇ ਹੋ ਤਾਂ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਸੁਣ ਸਕਦੇ। ਤੇ ਜਦੋਂ ਤੁਸੀਂ ਕਿਸੇ ਦੀਆਂ ਗੱਲਾਂ ਸੁਣ ਰਹੇ ਹੋ ਤਾਂ ਤੁਹਾਡੀ ਨਜ਼ਰ ਵੀ ਸਹੀ ਡਾਇਰੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਬਾਡੀ ਲੈਂਗੁਏਜ ਸਿੱਖਣ ਦਾ ਜੋ ਫਾਇਦਾ ਹੈ ਤੁਹਾਨੂੰ ਹਰ ਇੱਕ ਫੀਲਡ ਦੇ ਵਿੱਚ ਹੁੰਦਾ ਹੈ, ਚਾਹੇ ਉਹ ਤੁਹਾਡੇ ਨਿੱਜੀ ਰਿਸ਼ਤੇ ਨੇ, ਚਾਹੇ ਤੁਹਾਡੀ ਉਹ ਪ੍ਰੋਫੈਸ਼ਨਲ ਲਾਈਫ ਹੈ, ਚਾਹੇ ਤੁਹਾਡੀ ਅਗਲੀ ਆਉਣ ਵਾਲੀ ਪੀੜ੍ਹੀ ਹੈ ਪਰਿਵਾਰ ਦੀ। ਤਾਂ ਉਹਨਾਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਇੱਦਾਂ ਦੀਆਂ ਗਿਆਨ ਵਾਲੀਆਂ ਗੱਲਾਂ ਭਰ ਸਕਦੇ ਹੋ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਜੋ ਉਹ ਕਿਤੇ ਵੀ ਜਾਣ ਤਾਂ ਉਹ ਸਫਲ ਹੋਣ। क्योंकि बॉडी लैंगुएज तो आप बहुत ज़्यादा गैस करते हैं, जिमें कि ये अंकड़े भी दसते हैं किताब के। बाकी अजकल हर कोई चाहता है कि अच्छा दिखना चाहता है, उन्होंने वो चाहता है कि मेरे दोस्तों के विच मेरे चंगे ठुक बने, रिश्तेदारां दे विच मेरी पुछ किछ होवे जां होर भी चीज़ां दे विच भी मेरी पूरी चढ़ाई होवे। तां अगर तुसीं ये चीज़ां चाहुंदे हो तां अपनी बॉडी लैंगुएज ते पूरा ध्यान देवो कि तुसीं पहलां आप कित्थे गलतियां करदे हो। ਤੁਸੀਂ ਕਿਸੇ ਦੀ ਗੱਲ ਸੁਣਦੇ ਹੋਏ ਟੋਕਦੇ ਹੋ ਜਾਂ ਤੁਹਾਡਾ ਖੜਨ ਦਾ ਤਰੀਕਾ ਕਿੱਦਾਂ ਦਾ ਹੈ, ਤੁਹਾਡੀ ਜਿਹੜੀ ਬੋਲਣ ਦੀ ਟੋਨ ਹੈ ਉਹ ਕਿੱਦਾਂ ਦੀ ਹੈ, ਤੁਸੀਂ ਜ਼ਿਆਦਾ ਲਾਊਡ ਤਾਂ ਨਹੀਂ ਬੋਲਦੇ, ਤੁਸੀਂ ਜ਼ਿਆਦਾ ਹੌਲੀ ਤਾਂ ਨਹੀਂ ਬੋਲਦੇ, ਤੁਸੀਂ ਰੁਕ ਰੁਕ ਕੇ ਤਾਂ ਨਹੀਂ ਬੋਲਦੇ, ਤੁਸੀਂ ਸੋਚ ਸੋਚ ਕੇ ਤਾਂ ਨਹੀਂ ਬੋਲਦੇ। ਤਾਂ ਜੇਕਰ ਤੁਹਾਡੇ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਨੇ ਤਾਂ ਤੁਸੀਂ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕਰੋ। ਕਿਉਂਕਿ ਤੁਸੀਂ ਇੱਕ ਗੱਲ ਦੇਖੋ, ਆਪਣੇ ਐਂਗਲ ਤੋਂ ਦੇਖੋ ਕਿ ਤੁਸੀਂ ਕਿੱਦਾਂ ਦੇ ਲੋਕਾਂ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ। ਤਾਂ ਉੱਦਾਂ ਦੀਆਂ ਚੀਜ਼ਾਂ ਤੁਸੀਂ ਕਾਪੀ 'ਤੇ ਨੋਟ ਕਰ ਲਓ ਤਾਂ ਉਹ ਤੁਹਾਨੂੰ ਪਤਾ ਲੱਗ ਜਾਏਗਾ। ਫਿਰ ਤੁਸੀਂ ਉਹੀ ਸਾਰੀਆਂ ਚੀਜ਼ਾਂ ਆਪਦੇ ਵਿੱਚ ਲੈ ਕੇ ਆਓ ਅਤੇ ਦੂਜੇ ਪਾਸੇ ਆਪਦੀਆਂ ਕਮੀਆਂ ਵੀ ਲਿਖ ਲਓ ਕਿ ਮੈਂ ਧਿਆਨ ਨਾਲ ਘੱਟ ਸੁਣਦੀ ਹਾਂ, ਮੈਂ ਉੱਚਾ ਬੋਲਦੀ ਹਾਂ, ਜਾਂ ਮੇਰੇ ਇਸ਼ਾਰੇ ਲੋੜ ਤੋਂ ਵੱਧ ਜ਼ਿਆਦਾ ਹਰਕਤਾਂ ਕਰਦੇ ਨੇ, ਜਾਂ ਮੇਰੀ ਜੋ ਮੈਂ ਪ੍ਰੈਸ਼ਰ ਫੀਲ ਕਰਦੀ ਹਾਂ ਤਾਂ ਉਹ ਲੀਕ ਆਊਟ ਹੋ ਜਾਂਦਾ। ਤਾਂ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਲਈ ਇਹੀ ਹੈ ਇੱਕ ਟਿਪਸ ਕਿ ਤੁਸੀਂ ਪਹਿਲਾਂ ਨੋਟ ਕਰੋ ਕਿ ਤੁਹਾਨੂੰ ਦੂਜਿਆਂ ਦਾ ਜਿਹੜਾ ਬਿਹੇਵੀਅਰ ਹੈ ਉਹਦੇ ਵਿੱਚ ਕੀ ਕੀ ਪਸੰਦ ਹੈ ਅਤੇ ਲੱਤਾਂ ਉਹਨਾਂ ਦੀਆਂ ਕਿੱਦਾਂ ਹੋਣ, ਹੱਥ ਦੇ ਇਸ਼ਾਰੇ ਉਹਨਾਂ ਦੇ ਕਿੱਦਾਂ ਹੋਣ। ਕਈ ਕੀ ਕਰਦੇ ਆ ਕਿ ਬੋਲਣ ਲੱਗੇ ਲੋੜ ਤੋਂ ਵੱਧ ਹੱਥਾਂ ਦਾ ਇਸਤੇਮਾਲ ਕਰਦੇ ਨੇ ਅਤੇ ਜੋ ਕਿ ਦੇਖਣਾ ਇੱਕ ਬਹੁਤ ਹੀ ਬੁਰਾ ਲੱਗਦਾ ਹੈ, ਉਹ ਦੇਖਣ ਦੇ ਵਿੱਚ ਨਹੀਂ ਮਜ਼ਾ ਆਉਂਦਾ। ਅਤੇ ਕਈ ਵਾਰ ਕੋਈ ਬੋਲਣ ਲੱਗਿਆ ਬਹੁਤ ਹੀ ਉੱਚੀ ਟੋਨ ਦੇ ਵਿੱਚ ਜਾਂ ਬਹੁਤ ਹੀ ਸਲੋਅ ਬੋਲ ਰਿਹਾ ਤਾਂ ਉਹ ਵੀ ਤੁਹਾਨੂੰ ਚੰਗਾ ਨਹੀਂ ਲੱਗਦਾ। ਤਾਂ ਇੱਦਾਂ ਦੀਆਂ ਸਾਰੀਆਂ ਗੱਲਾਂ ਦਾ ਇੱਕ ਨੋਟਸ ਬਣਾਓ, ਫਿਰ ਤੁਸੀਂ ਆਪਣੀ ਬਾਡੀ ਲੈਂਗੁਏਜ ਇੰਪਰੂਵ ਕਰ ਸਕਦੇ ਹੋ।
ਤਾਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਵੇਗੀ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਇਸ ਤੋਂ ਸੇਧ ਮਿਲੀ ਹੋਵੇਗੀ ਕਿ ਤੁਸੀਂ ਕਿਵੇਂ ਆਪਣੀ ਬਾਡੀ ਲੈਂਗੁਏਜ ਨੂੰ ਇੰਪਰੂਵ ਕਰ ਸਕਦੇ ਹੋ ਤੇ ਸਾਹਮਣੇ ਵਾਲੇ ਦਾ ਝੂਠ ਹੈ ਜਾਂ ਉਹ ਕਿੱਦਾਂ ਤੁਹਾਡੇ ਨਾਲ ਡੀਲ ਕਰ ਰਿਹਾ ਹੈ ਉਸ ਚੀਜ਼ ਨੂੰ ਸਮਝ ਸਕਦੇ ਹੋ। ਤੇ ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਚੈਨਲ ਨੂੰ ਜ਼ਰੂਰ ਆਪਣਾ ਪਿਆਰ ਦਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਵਿੱਚ ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਹੋਰ ਕਿਤਾਬ ਦੀ ਵੀਡੀਓ ਨੂੰ ਲੈ ਕੇ। ਤਦ ਤੱਕ ਦੇ ਲਈ ਜ਼ਿੰਦਗੀ ਜ਼ਿੰਦਾਬਾਦ।